Students, Vaheguru Ji Ka Khalsa, Vaheguru Ji Ki Fateh. Today we are going to discuss next topic of chapter Motion and Time, and the topic name is Measurement of Time. ਕਿ ਟਾਈਮ ਨੂੰ ਅਸੀਂ ਕਿਵੇਂ ਮੈਜ਼ਰ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਕਲੌਕ ਨਾ ਹੋਵੇ, ਘੜੀ ਨਾ ਹੋਵੇ, ਤੇ ਤੁਸੀਂ ਜਿਹੜਾ ਟਾਈਮ ਆ ਦਿਨ ਦੇ ਵਿੱਚ ਉਹ ਕਿਵੇਂ ਡਿਸਾਈਡ ਕਰੋਗੇ ਕਿ ਕਿੰਨਾ ਹੋ ਗਿਆ। ਉਹਨੇ ਕਿਹਾ ਕਿ ਤੁਸੀਂ ਕਦੀ ਤੁਹਾਨੂੰ ਹੈਰਾਨੀ ਨਹੀਂ ਹੋਈ ਕਿ ਤੁਹਾਡੇ ਜਿਹੜੇ ਐਲਡਰਸ ਆ, ਯਾਨੀ ਕਿ ਜਿਹੜੇ ਤੁਹਾਡੇ ਬਜ਼ੁਰਗ ਆ, ਵੱਡੇ ਆ, ਉਹ ਪਹਿਲੇ ਸਮਿਆਂ ਦੇ ਵਿੱਚ ਕੀ ਸੀਗਾ ਕਿ ਪਰਛਾਵੇਂ ਨੂੰ ਦੇਖ ਕੇ, ਸ਼ੈਡੋਜ਼ ਹੁੰਦੇ ਪਰਛਾਵਾਂ, ਕਿ ਦਿਨ ਦਾ ਪਰਛਾਵਾਂ ਦੇਖ ਕੇ ਉਹ ਟਾਈਮ ਦੱਸ ਦਿੰਦੇ ਸਨ। ਮਤਲਬ ਕਿ ਪੂਰਾ ਐਗਜ਼ੈਕਟ ਤੇ ਚਲੋ ਨਹੀਂ, ਪਰ ਫਿਰ ਵੀ ਲਗਭਗ ਜਿਹੜਾ ਟਾਈਮ ਸੀਗਾ ਉਹ ਪਰਛਾਵੇਂ ਨੂੰ ਦੇਖ ਕੇ ਹੀ ਦੱਸ ਦਿੰਦੇ ਸਨ। ਹੁਣ ਅਸੀਂ ਜਿਹੜਾ ਇੱਕ ਮੰਥ ਦਾ ਟਾਈਮ ਆ ਜਾਂ ਇੱਕ ਸਾਲ ਦਾ ਟਾਈਮ ਆ ਉਹਨੂੰ ਕਿਵੇਂ ਮੈਜ਼ਰ ਕਰਦੇ ਹਾਂ। ਉਹਨੇ ਕਿਹਾ ਕਿ ਜਿਹੜੇ ਸਾਡੇ ਪੂਰਵਜ ਆ, ਐਨਸੈਸਟਰਸ ਆ ਜਿਹੜੇ ਸਾਡੇ, ਉਹਨਾਂ ਨੇ ਦੱਸਿਆ ਕਿ ਨੇਚਰ ਦੇ ਵਿੱਚ ਬਹੁਤ ਸਾਰੀਆਂ ਈਵੈਂਟਸ ਆ ਜਿਹੜੀਆਂ ਆਪਣੇ ਆਪ ਨੂੰ ਕੁਛ ਨਿਸ਼ਚਿਤ ਸਮੇਂ ਬਾਅਦ ਰਿਪੀਟ ਕਰਦੀਆਂ। ਜਿਵੇਂ ਕਿ ਜਿਹੜਾ ਸਨ ਆ ਇਹ ਰਾਈਜ਼ ਕਰਦਾ ਸਵੇਰ ਨੂੰ, ਰੋਜ਼ ਡੇਲੀ ਸਵੇਰ ਨੂੰ ਇਹ ਚੜ੍ਹਦਾ ਵਾ ਅਤੇ ਸ਼ਾਮ ਨੂੰ ਛਿਪਦਾ ਵਾ। ਹੁਣ ਜਿਹੜਾ ਟਾਈਮ, ਦਾ ਟਾਈਮ ਬਿਟਵੀਨ ਵਨ ਸਨਰਾਈਜ਼ ਐਂਡ ਦਾ ਨੈਕਸਟ, ਮਤਲਬ ਜਿਹੜਾ ਟਾਈਮ ਇੱਕ ਸਨਰਾਈਜ਼ ਤੋਂ ਲੈ ਕੇ ਅਗਲੇ ਸਨਰਾਈਜ਼ ਤੱਕ ਦਾ ਜਿਹੜਾ ਟਾਈਮ ਆ ਉਹਨੂੰ ਆਪਾਂ ਫਿਰ ਕੀ ਗਿਣਦੇ ਹਾਂ, ਇੱਕ ਦਿਨ। ਇਸੇ ਤਰ੍ਹਾਂ ਇੱਕ ਮਹੀਨਾ ਜਿਹੜਾ ਵਾ ਉਹ ਇੱਕ ਨਿਊ ਮੂਨ ਤੋਂ ਲੈ ਕੇ ਨੈਕਸਟ ਨਿਊ ਮੂਨ ਤੱਕ ਜਿਹੜਾ ਵਾ ਕਿ ਜਿੱਦਣ ਚੰਦਰਮਾ ਬਿਲਕੁਲ ਨਹੀਂ ਹੁੰਦਾ, ਜਾਂ ਕਹਿ ਲਓ ਕਿ ਬਿਲਕੁਲ ਮਤਲਬ ਨਿਕਲਣਾ ਸ਼ੁਰੂ ਹੁੰਦਾ ਵਾ, ਅਤੇ ਉਸ ਤੋਂ ਜਿਹੜਾ ਅਗਲਾ ਨਿਊ ਮੂਨ ਡੇ ਆ ਉਹਨੂੰ ਅਸੀਂ ਕਿੰਨਾ ਟਾਈਮ ਇੰਟਰਵਲ ਕਹਿੰਦੇ ਹਾਂ, ਮੰਥ। ਇਸੇ ਤਰ੍ਹਾਂ ਸਾਲ ਜਿਹੜਾ ਵਾ ਉਹਨੂੰ ਅਸੀਂ ਕਿਵੇਂ ਗਿਣਦੇ ਹਾਂ, ਕਿਵੇਂ ਉਹਦੀ ਮੈਜ਼ਰ ਕਰਦੇ ਹਾਂ ਕਿ ਜਿਹੜੀ ਧਰਤੀ ਆ ਉਹ ਇੱਕ ਰੈਵੋਲੂਸ਼ਨ, ਯਾਨੀ ਕਿ ਸੂਰਜ ਦੇ ਦੁਆਲੇ ਜਿਹੜਾ ਪੂਰਾ ਚੱਕਰ ਕੱਟਦੀ ਆ ਉਹ ਪੂਰੇ ਇੱਕ ਸਾਲ ਦੇ ਵਿੱਚ ਕੱਟਦੀ ਹੈ। ਇਸ ਕਰਕੇ ਉਹਨੂੰ ਆਪਾਂ ਸਾਲ ਦਾ ਨਾਮ ਦੇ ਦਿੰਦੇ ਹਾਂ। ਹੁਣ ਉਹਨੇ ਕਿਹਾ ਕਿ ਸਾਨੂੰ ਲੋੜ, ਫਿਰ ਵੀ ਸਾਨੂੰ ਅਕਸਰ ਕਾਹਦੀ ਲੋੜ ਪੈਂਦੀ ਆ ਟਾਈਮ ਨੂੰ ਮੈਜ਼ਰ ਕਰਨ ਦੇ ਲਈ, ਕਿਉਂਕਿ ਕਈ ਵਾਰੀ ਟਾਈਮ ਜਿਹੜਾ ਉਹ ਬਹੁਤ ਮਤਲਬ ਮੱਚ ਸ਼ਾਰਟਰ, ਯਾਨੀ ਕਿ ਬਹੁਤ ਛੋਟਾ ਟਾਈਮ ਜਿਹੜਾ ਵਾ ਉਹਨੂੰ ਅਸੀਂ ਦਿਨ ਦੇ ਵਿੱਚ, ਦਿਨ ਦੇ ਨਾਲੋਂ ਵੀ ਬਹੁਤ ਜ਼ਿਆਦਾ ਛੋਟਾ ਜਿਹੜਾ ਟਾਈਮ ਉਹਨੂੰ ਅਸੀਂ ਮੈਜ਼ਰ ਕਰਨਾ ਹੁੰਦਾ। ਅਤੇ ਇਸ ਕਰਕੇ ਸਾਨੂੰ ਕਾਹਦੀ ਜ਼ਰੂਰਤ ਪੈਂਦੀ ਆ ਟਾਈਮ ਨੂੰ ਮੈਜ਼ਰ ਕਰਨ ਦੇ ਲਈ, ਕਲੌਕਸ ਜਾਂ ਵਾਚਿਸ ਦੀ। ਔਰ ਜਿਹੜੇ ਇਹ ਕਲੌਕਸ ਅਤੇ ਵਾਚਿਸ ਆ, ਦੇ ਆਰ ਡਿਵਾਈਸਿਸ, ਯਾਨੀ ਕਿ ਯੰਤਰ ਆ ਜਿਨ੍ਹਾਂ ਦੇ ਨਾਲ ਅਸੀਂ ਟਾਈਮ ਇੰਟਰਵਲਸ ਨੂੰ ਮੈਜ਼ਰ ਕਰ ਸਕਦੇ ਹਾਂ। ਹੁਣ ਉਹਨੇ ਕਿਹਾ ਕਿ ਜਿਹੜੀਆਂ ਕਲੌਕਸ ਅਤੇ ਵਾਚਿਸ ਆ ਇਹਨਾਂ ਦੇ ਨਾਲ ਅਸੀਂ ਕਿਵੇਂ ਟਾਈਮ ਮੈਜ਼ਰ ਕਰਦੇ ਹਾਂ, ਕਿ ਜਿਹੜੀ ਕਲੌਕਸ ਦੀ ਵਰਕਿੰਗ ਆ, ਘੜੀਆਂ ਜਿਹੜੀਆਂ ਮਤਲਬ ਇਹ ਵਾਲੀਆਂ ਘੜੀਆਂ ਵਾ, ਇਹਨਾਂ ਦੀ ਜਿਹੜੀ ਵਰਕਿੰਗ ਹੈ ਦੈਟ ਇਜ਼ ਕੰਪਲੈਕਸ, ਯਾਨੀ ਕਿ ਬਹੁਤ ਗੁੰਝਲਦਾਰ ਆ। ਪਰ ਇਹਨਾਂ ਸਾਰਿਆਂ ਨੂੰ ਅਸੀਂ ਕਾਹਦੇ ਸਿਧਾਂਤ ਦੇ ਉੱਪਰ ਮਤਲਬ ਰੱਖ ਕੇ ਇਹਨਾਂ ਨੂੰ ਯੂਜ਼ ਕਰਦੇ ਹਾਂ, ਦੈਟ ਇਜ਼ ਸਮ ਪੀਰੀਓਡਿਕ ਮੋਸ਼ਨ, ਯਾਨੀ ਕਿ ਨਿਸ਼ਚਿਤ ਟਾਈਮ। ਪੀਰੀਓਡਿਕ ਮੋਸ਼ਨ, ਦ ਮੋਸ਼ਨ ਦੈਟ ਰਿਪੀਟਡ ਇਟ ਸੈਲਫ ਆਫਟਰ ਫਿਕਸਡ ਇੰਟਰਵਲਸ ਆਫ ਟਾਈਮ, ਯਾਨੀ ਕਿ ਜਿਹੜੀ ਇੱਕ ਨਿਸ਼ਚਿਤ ਟਾਈਮ ਦੇ ਬਾਅਦ ਜਿਹੜੀ ਚੀਜ਼ ਰਿਪੀਟ ਹੁੰਦੀ ਆ ਉਹਨੂੰ ਆਪਾਂ ਕਿਹੜੀ ਮੋਸ਼ਨ ਕਹਿੰਦੇ ਹਾਂ, ਪੀਰੀਓਡਿਕ ਮੋਸ਼ਨ। ਹੁਣ ਉਹਨੇ ਕਿਹਾ ਕਿ ਇਸ ਪੀਰੀਓਡਿਕ ਮੋਸ਼ਨ ਦੀ ਜਿਹੜੀ ਸਭ ਤੋਂ ਸੌਖੀ ਐਗਜ਼ਾਮਪਲ ਆ ਦੈਟ ਇਜ਼ ਏ ਸਿੰਪਲ ਪੈਂਡੂਲਮ। ਜਿਵੇਂ ਆਹ ਘੜੀ ਆ, ਘੜੀ ਦੇ ਵਿੱਚ ਇਹ ਨੀਚੇ ਜਿਹੜਾ ਲੱਗਾ ਹੋਇਆ ਇਹ ਪੈਂਡੂਲਮ ਆ। ਇਹਨੂੰ ਅੱਗੋਂ ਆਪਾਂ ਹੋਰ ਕਲੀਅਰ ਕਰਨ ਦੇ ਲਈ ਇਹ ਸਾਨੂੰ ਐਕਟੀਵਿਟੀ ਦਿੱਤੀ ਹੋਈ ਹੈ 13.2, ਇਹੀ ਸਾਰਾ ਇਹਦੇ 'ਚ ਐਕਸਪਲੇਨ ਕੀਤਾ ਗਿਆ ਕਿ ਅਸੀਂ ਇੱਕ ਧਾਗਾ ਲਵਾਂਗੇ ਅਤੇ ਧਾਗੇ ਦੀ ਇੱਕ ਸਟੈਂਡ ਲੈ ਕੇ ਉਹਦੇ ਨਾਲ ਇੱਕ ਧਾਗਾ ਲਟਕਾ ਦਾਂਗੇ, ਔਰ ਧਾਗੇ ਦੇ ਨਾਲ ਇੱਥੇ ਇੱਕ ਆਇਰਨ ਬੋਲ, ਜਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, BOB, ਬੋਬ, ਕਿ ਬੋਬ ਆ, ਮਤਲਬ ਪੈਂਡੂਲਮ ਜਿਹੜਾ ਉਹਨੂੰ ਐਜ਼ ਏ ਬੋਬ ਆਪਾਂ ਲੈ ਲੈਣਾ ਵਾ ਔਰ ਉਹਨੂੰ ਧਾਗੇ ਦੇ ਨਾਲ ਲਟਕਾ ਦੇਣਾ ਵਾ। ਉਹਨਾਂ ਨੇ ਕਿਹਾ ਕਿ ਇਹਨੂੰ ਧਾਗੇ ਮਤਲਬ ਇਸ ਪੁਆਇੰਟ ਨੂੰ ਜਾਂ ਇਸ ਪਲੇਸ ਨੂੰ ਆਪਾਂ ਮੇਨ ਪੋਜੀਸ਼ਨ ਮੰਨਦੇ ਹਾਂ। ਮੇਨ ਪੋਜੀਸ਼ਨ ਯਾਨੀ ਕਿ O, ਅਤੇ ਪਿੱਛੇ ਨੂੰ ਬੈਕਵਰਡ A, ਅਤੇ ਅੱਗੇ ਨੂੰ B। ਹੁਣ ਉਹਨੇ ਕਿਹਾ ਕਿ ਇਹ ਜਿਹੜਾ ਬੋਬ ਆ ਇਹਦਾ ਆਪਾਂ ਟਾਈਮ ਮੈਜ਼ਰ ਕਰਨਾ ਹੋਵੇ
कि ये किन्नी वारी इत्थों इत्थे मूव किया ਜਾਂ ਇੱਥੋਂ ਫਿਰ ਵਾਪਸ ਆਪਣੀ ਓਰੀਜਨਲ ਪੋਜੀਸ਼ਨ 'ਤੇ ਆਇਆ ਅਤੇ ਕਿਵੇਂ ਮੇਜਰ ਕਰਾਂਗੇ ਕਿ ਅਸੀਂ ਇਸ ਬੋਬ ਨੂੰ ਹਿਲਾ ਦਿੰਦੇ ਹਾਂ ਇਹਦੀ ਜਗ੍ਹਾ ਤੋਂ। ਜਿਵੇਂ ਝੂਲਾ ਤੁਸੀਂ ਘਰਾਂ ਦੇ ਵਿੱਚ ਬੱਚੇ ਆਮ ਹੀ ਪੀਂਘ ਝੂਟਦੇ ਆ, ਸੇਮ ਉਹੀ ਮਤਲਬ ਆਪਾਂ ਇਹਨੂੰ ਮੰਨ ਸਕਦੇ ਹਾਂ ਕਿ ਜਦੋਂ ਅਸੀਂ ਇਸ ਬੋਬ ਨੂੰ ਇੱਥੋਂ ਹਿਲਾਇਆ ਇਹ ਆਪਣੀ ਮੇਨ ਪੋਜੀਸ਼ਨ ਤੋਂ ਕਿੱਥੇ ਚਲਾ ਗਿਆ, ਏ ਤੱਕ। ਕਿੱਥੇ ਚਲਾ ਗਿਆ, ਏ ਤੱਕ। ਫਿਰ ਏ ਤੋਂ ਕਿੱਥੇ ਆਇਆ ਬੈਕ, ਮੇਨ ਪੋਜੀਸ਼ਨ 'ਤੇ। ਮੇਨ ਪੋਜੀਸ਼ਨ ਤੋਂ ਫਿਰ ਕਿੱਥੇ ਚਲਾ ਗਿਆ, ਬੀ, ਅਤੇ ਬੀ ਤੋਂ ਫਿਰ ਕਿੱਥੇ ਆਇਆ, ਆਪਣੀ ਓਰੀਜਨਲ ਪੋਜੀਸ਼ਨ ਯਾਨੀ ਕਿ ਮੇਨ ਪੋਜੀਸ਼ਨ 'ਤੇ। ਯਾਨੀ ਕਿ ਇਹ ਇਹਦੀ ਬੋਬ ਦੀ ਕੀ ਹੋ ਗਈ, ਵਨ ਓਸੀਲੇਸ਼ਨ। ਕੀ ਹੋ ਗਈ, ਇੱਕ ਓਸੀਲੇਸ਼ਨ। ਹੁਣ ਮੰਨ ਲਓ ਇਹ ਬੋਬ ਜਿਹੜਾ ਵਾ ਇਹ ਇੱਥੋਂ ਲੈ ਕੇ ਇੱਥੋਂ ਤੱਕ ਅਤੇ ਫਿਰ ਵਾਪਸ ਆਪਣੀ ਮੇਨ ਪੋਜੀਸ਼ਨ 'ਤੇ ਮੰਨ ਲਓ ਇਹ 20 ਇਹਦੀਆਂ ਓਸੀਲੇਸ਼ਨਸ ਬਣਦੀਆਂ, ਯਾਨੀ ਕਿ ਇਹਦੀਆਂ ਜਿਹੜੀਆਂ ਤਰੰਗਾਂ ਜੋ ਵੀ ਆ ਮੂਵ ਕਰਦਾ ਉਹ ਬਣਦੀਆਂ ਵਾ। ਔਰ ਉਹਦੇ ਲਈ ਕੀ ਆ ਕਿ ਅਸੀਂ ਟਾਈਮ ਕੱਢਣਾ ਵਾ। ਹੁਣ ਉਹ ਟਾਈਮ ਕਿਸ ਤਰ੍ਹਾਂ ਕੱਢਾਂਗੇ ਜਾਂ ਉਹ ਕੀ ਆ ਟਾਈਮ ਦਾ, ਟਾਈਮ ਟੇਕਨ ਬਾਏ ਦਾ ਪੈਂਡੂਲਮ ਟੂ ਕੰਪਲੀਟ ਵਨ ਓਸੀਲੇਸ਼ਨ, ਯਾਨੀ ਕਿ ਇੱਕ ਓਸੀਲੇਸ਼ਨ ਦੇ ਲਈ ਅਸੀਂ ਟਾਈਮ ਕੱਢਣਾ। ਅਤੇ ਉਹ ਟਾਈਮ ਪੀਰੀਅਡ ਅਸੀਂ ਕਿਵੇਂ ਕੱਢਾਂਗੇ, ਯਾਨੀ ਕਿ ਕਿ ਮੰਨ ਲਓ ਟਾਈਮ ਪੀਰੀਅਡ ਆਫ ਏ ਸਿੰਪਲ ਪੈਂਡੂਲਮ ਕਿ ਆ ਜਿਹੜੀ ਅਸੀਂ ਸਟਰਿੰਗ ਬੰਨੀ ਹੋਈ ਆ 100 ਸੈਂਟੀਮੀਟਰਸ ਦੀ ਆ। ਔਰ ਮੰਨ ਲਓ ਕਿ ਇਹ ਵਾਲਾ ਜਿਹੜਾ ਪੈਂਡੂਲਮ ਆ ਉਹ ਇੱਥੋਂ ਲੈ ਕੇ ਇੱਥੇ, ਫਿਰ ਇੱਥੋਂ ਇੱਥੇ ਅਤੇ ਇੱਥੋਂ ਫਿਰ ਆਪਣੀ, ਯਾਨੀ ਕਿ ਇਹ 20 ਓਸੀਲੇਸ਼ਨਸ ਇਹਨੇ ਪੂਰੀਆਂ ਕੀਤੀਆਂ। ਇੱਕ ਤੁਹਾਨੂੰ ਓਸੀਲੇਸ਼ਨ ਦੱਸਦੀ ਕਿ ਕਦੋਂ ਪੂਰੀ ਹੁੰਦੀ ਹੈ, ਜਦੋਂ ਕੋਈ ਬੋਬ ਆਪਣੀ ਮੇਨ ਪੋਜੀਸ਼ਨ ਤੋਂ ਲੈ ਕੇ ਏ 'ਤੇ, ਏ ਤੋਂ ਫਿਰ ਮੀਨ 'ਤੇ, ਮੀਨ ਤੋਂ ਫਿਰ ਬੀ 'ਤੇ, ਬੀ ਤੋਂ ਫਿਰ ਮੀਨ 'ਤੇ, ਉਹਨੂੰ ਆਪਾਂ ਕਹਿੰਦੇ ਆ ਇੱਕ ਓਸੀਲੇਸ਼ਨ। ਹੁਣ ਮੰਨ ਲਓ ਇੱਥੇ 20 ਓਸੀਲੇਸ਼ਨਸ ਆ, ਯਾਨੀ ਕਿ ਇਹ ਵਾਲਾ ਬੋਬ ਜਿਹੜਾ ਇਹਨੇ 20 ਓਸੀਲੇਸ਼ਨਸ ਕਿੰਨੇ ਟਾਈਮ ਦੇ ਵਿੱਚ ਪੂਰੀਆਂ ਕੀਤੀਆਂ, 42 ਸੈਕਿੰਡਸ, ਯਾਨੀ ਕਿ ਇਹਨੇ 42 ਸੈਕਿੰਡ ਲਏ। ਅਤੇ ਜੇਕਰ 20 ਓਸੀਲੇਸ਼ਨਸ 42 ਸੈਕਿੰਡ ਦੇ ਵਿੱਚ ਪੂਰੀਆਂ ਹੁੰਦੀਆਂ ਅਤੇ ਅਸੀਂ ਇੱਕ ਓਸੀਲੇਸ਼ਨ ਦਾ ਟਾਈਮ ਕੱਢਣਾ, ਅਤੇ ਕੀ ਕਰਾਂਗੇ ਕਿ ਅਸੀਂ 42 ਨੂੰ 20 ਦੇ ਨਾਲ ਡਿਵਾਈਡ ਕਰ ਦਾਂਗੇ। ਅਤੇ ਜਦੋਂ ਅਸੀਂ 42 ਨੂੰ 20 ਦੇ ਨਾਲ ਡਿਵਾਈਡ ਕੀਤਾ ਅਤੇ ਸਾਡੇ ਕੋਲ ਇੱਕ ਓਸੀਲੇਸ਼ਨ ਦਾ ਟਾਈਮ ਜਿਹੜਾ ਵਾ ਉਹ ਨਿਕਲ ਆਉਣਾ ਵਾ, ਯਾਨੀ ਕਿ ਕਿੰਨਾ, 2.1 ਸੈਕਿੰਡ। ਕਲੀਅਰ ਕਿ ਅਸੀਂ ਮਤਲਬ ਜਿਹੜਾ ਬੋਬ ਦਾ ਟਾਈਮ ਪੀਰੀਅਡ ਆ ਉਹ ਕਿਵੇਂ ਕੱਢ ਸਕਦੇ ਹਾਂ ਕਿ ਜਿੰਨੀਆਂ ਓਸੀਲੇਸ਼ਨ, ਜਿੰਨੀ ਵਾਰ ਉਹ ਮੂਵ ਕੀਤਾ, ਮੂਵ ਕਰਕੇ ਆਪਣੀ ਮੇਨ ਪੋਜੀਸ਼ਨ 'ਤੇ ਆਇਆ ਬੋਬ, ਉਹਨੂੰ ਆਪਾਂ ਜਿੰਨਾ ਟਾਈਮ ਇੰਟਰਵਲ ਆਪਾਂ ਵਾਚ ਦੀ ਜਾਂ ਕਲੋਕ ਦੀ ਮਦਦ ਦੇ ਨਾਲ ਜਾਂ ਸਟੋਪ ਵਾਚ ਦੀ ਮਦਦ ਦੇ ਨਾਲ ਕੈਲਕੂਲੇਟ ਕਰ ਲੈਣਾ। ਫਿਰ ਉਹ ਜਿੰਨੇ ਟਾਈਮ ਦੇ ਵਿੱਚ ਜਿੰਨੀਆਂ ਓਸੀਲੇਸ਼ਨਸ ਉਹਨੇ ਕੰਪਲੀਟ ਕਰਤੀਆਂ ਉਹਨੂੰ ਆਪਾਂ ਡਿਵਾਈਡ ਕਰਕੇ ਅਤੇ ਇੱਕ ਓਸੀਲੇਸ਼ਨ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਆਪਾਂ ਕੱਢ ਸਕਦੇ ਹਾਂ। ਹੁਣ ਜਿਹੜੀਆਂ ਅੱਜ ਕੱਲ੍ਹ ਕਲੋਕਸ ਚੱਲਦੀਆਂ ਵਾ ਇਹਨਾਂ ਨੂੰ ਆਪਾਂ ਕੁਆਰਟਸ ਕਲੋਕ ਵੀ ਕਹਿੰਦੇ ਆ। ਇਹ ਜਿਹੜੀਆਂ ਕੁਆਰਟਸ ਕਲੋਕਸ ਆ ਇਹ ਬਹੁਤ ਐਕੂਰੇਟ ਆ ਦੂਜੀਆਂ ਕਲੋਕਸ ਦੇ ਨਾਲੋਂ ਜਿਹੜੀਆਂ ਪਹਿਲਾਂ ਯੂਜ਼ ਕੀਤੀਆਂ ਜਾਂਦੀਆਂ ਸੀ। ਹੁਣ ਯੂਨਿਟਸ ਆਫ ਟਾਈਮ ਐਂਡ ਸਪੀਡ ਕਿ ਟਾਈਮ ਦਾ ਯੂਨਿਟ, ਜਿਵੇਂ ਹਰ ਇੱਕ ਚੀਜ਼ ਨੂੰ ਮੇਜਰ ਕਰਨ ਦੇ ਲਈ ਉਹਦਾ ਯੂਨਿਟ ਹੁੰਦਾ, ਮੰਨ ਲਓ ਮਾਸ ਉਹਨੂੰ ਕਿਲੋਗ੍ਰਾਮ, ਗ੍ਰਾਮ, ਇਸੇ ਤਰ੍ਹਾਂ ਟਾਈਮ ਨੂੰ ਮੇਜਰ ਕਰਨ ਲਈ ਉਹਦਾ ਜਿਹੜਾ ਬੇਸਿਕ ਯੂਨਿਟ ਆ ਉਹ ਕੀ ਆ, ਸੈਕਿੰਡ। ਅਤੇ ਉਹਦਾ ਜਿਹੜਾ ਸਿੰਬਲ ਆ ਦੈਟ ਇਜ਼ ਐਸ, ਸੈਕਿੰਡ ਨੂੰ ਆਪਾਂ ਐਸ ਵੀ ਕਹਿ ਸਕਦੇ ਹਾਂ। ਫਿਰ ਜਿਹੜਾ ਟਾਈਮ ਦੇ ਵੱਡੇ ਯੂਨਿਟਸ ਆ ਇਹ ਸੈਕਿੰਡ ਅਤੇ ਛੋਟੇ ਤੋਂ ਛੋਟਾ ਯੂਨਿਟ ਹੋ ਗਿਆ, ਅਤੇ ਜਿਹੜੇ ਵੱਡੇ ਯੂਨਿਟਸ ਆ ਉਹ ਮਿੰਟਸ ਵੀ ਹੋ ਸਕਦੇ ਆ, ਆਵਰਸ ਵੀ ਹੋ ਸਕਦੇ ਆ। ਹੁਣ ਉਹਨੇ ਕਿਹਾ ਕਿ ਫਿਰ ਇਸ ਤੋਂ ਆਪਾਂ ਪਤਾ ਕਰਾਂਗੇ ਕਿ ਬੇਸਿਕ ਯੂਨਿਟ ਆਫ ਸਪੀਡ ਕੀ ਹੈ। ਜਿਵੇਂ ਆਪਾਂ ਨੂੰ ਪਤਾ ਕਿ ਸਪੀਡ ਇਜ਼ ਇਕਲ ਟੂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਡਿਸਟੈਂਸ ਓਵਰ ਟਾਈਮ, ਯਾਨੀ ਕਿ ਫਾਸਲਾ। ਹੁਣ ਜਿਹੜਾ ਫਾਸਲਾ ਵਾ ਮੰਨ ਲਓ ਸਾਡੇ ਕੋਲ ਮੀਟਰਾਂ 'ਚ ਆ ਅਤੇ ਟਾਈਮ ਜਿਹੜਾ ਵਾ ਉਹ ਸਾਡੇ ਕੋਲ ਸੈਕਿੰਡਸ ਦੇ ਵਿੱਚ ਆ, ਅਤੇ ਇਟ ਮੀਨਸ ਸਪੀਡ ਦਾ ਯੂਨਿਟ ਕੀ ਹੋ ਗਿਆ, ਮੀਟਰ ਪਰ ਸੈਕਿੰਡ। ਸਪੀਡ ਦਾ ਯੂਨਿਟ ਕੀ ਹੋ ਗਿਆ, ਮੀਟਰ ਪਰ ਸੈਕਿੰਡ। ਕਿ ਸਪੀਡ ਦਾ ਫਾਰਮੂਲਾ ਵਾ ਡਿਸਟੈਂਸ ਓਵਰ ਟਾਈਮ। ਡਿਸਟੈਂਸ ਨੂੰ ਅਸੀਂ ਮੰਨ ਲਓ ਮਿੰਟਸ ਦੇ ਵਿੱਚ ਡਿਸਟੈਂਸ ਨੂੰ ਮੀਟਰਾਂ ਦੇ ਵਿੱਚ ਕਵਰ ਕੀਤਾ ਅਤੇ ਟਾਈਮ ਨੂੰ ਸੈਕਿੰਡਸ ਦੇ ਵਿੱਚ। ਇਸ ਕਰਕੇ ਆਪਾਂ ਦਾ ਜਿਹੜਾ ਯੂਨਿਟ ਲਿਖਾਂਗੇ ਨਾਲ ਉਹ ਕੀ ਲਿਖਾਂਗੇ, ਮੀਟਰ ਪਰ ਸੈਕਿੰਡ। ਇਸੇ ਤਰ੍ਹਾਂ ਜੇਕਰ ਉਹਨੂੰ ਹੋਰ ਯੂਨਿਟਸ ਦੇ ਵਿੱਚ, ਜਿਵੇਂ ਮੰਨ ਲਓ ਮੀਟਰ ਅਤੇ ਟਾਈਮ ਜਿਹੜਾ ਵਾ ਉਹ ਸੈਕਿੰਡਸ ਦੀ ਬਜਾਏ ਮਿੰਟਸ ਦੇ ਵਿੱਚ ਲਿਆ ਅਤੇ ਮੀਟਰ ਪਰ ਮਿੰਟ ਲਿਖਾਂਗੇ। ਜੇ ਕਿਲੋਮੀਟਰਾਂ 'ਚ ਡਿਸਟੈਂਸ ਲਿਆ ਅਤੇ ਜਿਹੜਾ ਟਾਈਮ ਆ ਉਹ ਆਰਸ ਦੇ ਵਿੱਚ ਆ, ਫਿਰ ਆਪਾਂ ਕਿਲੋਮੀਟਰ ਪਰ ਆਰ
ਦੇ ਵਿੱਚ ਸਪੀਡ ਦਾ ਜਿਹੜਾ ਯੂਨਿਟ ਆ ਉਹ ਲਿਖ ਸਕਦੇ ਹਾਂ। ਹੁਣ ਇਹਨੇ ਕਿਹਾ ਕਿ ਇਹ ਜਿਹੜੇ ਸਿੰਬਲ ਲਿਖੇ ਜਾਂਦੇ ਸਾਰੇ ਯੂਨਿਟਸ ਦੇ, ਇਹਨਾਂ ਨੂੰ ਅਸੀਂ ਸਿਰਫ ਸਿੰਗੂਲਰ ਫਾਰਮ 'ਚ ਹੀ ਲਿਖਦੇ ਹਾਂ, ਸਿੰਗੂਲਰ ਅਤੇ ਪਲੂਰਲ। ਅਸੀਂ ਜਿਹੜੇ ਯੂਨਿਟਸ ਇਹਨਾਂ ਨੂੰ ਸਿੰਗੂਲਰ ਯਾਨੀ ਕਿ ਇਹਨਾਂ ਦੇ ਨਾਲ ਐਸ ਜਾਂ ES ਨਹੀਂ ਲਗਾਉਂਦੇ। ਮੰਨ ਲਓ ਜਿਵੇਂ ਇਹਨੇ ਲਿਖਿਆ ਹੈ ਕਿ ਅਸੀਂ 50 ਕਿਲੋਮੀਟਰ ਲਿਖਣਾ ਵਾ, ਇਹਨੂੰ ਅਸੀਂ 50 km ਹੀ ਪਾਵਾਂਗੇ, ਨਾ ਕਿ KMS। ਜੇ KMS ਪਾਵਾਂਗੇ ਤਾਂ ਕੀ ਹੋ ਜਾਊਗਾ, ਇਹ ਗਲਤ ਆ। ਇਸ ਕਰਕੇ ਮਤਲਬ ਕਿਲੋਮੀਟਰ ਜਾਂ ਜਿਹੜੇ ਵੀ ਯੂਨਿਟਸ ਆ ਉਹਨਾਂ ਸਾਰਿਆਂ ਨੂੰ ਆਪਾਂ ਸਿੰਗੂਲਰ ਫਾਰਮ 'ਚ ਲਿਖਦੇ ਹਾਂ, ਕਦੇ ਵੀ ਪਲੂਰਲ ਫਾਰਮ ਦੇ ਵਿੱਚ ਨਹੀਂ ਲਿਖਦੇ। ਮੰਨ ਲਓ ਜਿਵੇਂ 8 ਸੈਂਟੀਮੀਟਰ ਆ, ਜੇਕਰ ਇਹਨੂੰ ਆਪਾਂ 8 ਸੈਂਟੀਮੀਟਰਸ ਲਿਖਾਂਗੇ ਤਾਂ ਇਹ ਕੀ ਆ, ਗਲਤ ਹੋ ਜਾਏਗਾ। I hope you all have understood this topic very well. Thank you.